ਓਮ ਪ੍ਰਕਾਸ਼ ਵਾਲਮੀਕੀ ਜੀ ਦੀ ਰਚਨਾ ਝੂਠ ਭਾਗ ਦੂਜਾ। ਬਰਸਾਤ ਦੇ ਦਿਨ ਨਰਕ ਤੋਂ ਬੱਤਰ ਸਨ। ਗਲੀਆਂ 'ਚ ਚਿੱਕੜ ਭਰ ਜਾਂਦਾ, ਜਿਸ ਨਾਲ ਤੁਰਨਾ ਫਿਰਨਾ ਮੁਹਾਲ ਹੋ ਜਾਂਦਾ ਸੀ। ਚਿੱਕੜ 'ਚ ਸੂਰਾਂ ਦੀ ਗੰਦਗੀ ਭਰੀ ਰਹਿੰਦੀ ਸੀ, ਜੋ ਬਾਰਿਸ਼ ਦੇ ਰੁਕਣ ਨਾਲ ਬੋ ਮਾਰ ਲੱਗ ਪੈਂਦੀ ਸੀ। ਮੱਖੀ ਮੱਛਰ ਟਿੱਡੀ ਦਲ ਵਾਂਗ ਪੈਦਾ ਹੋ ਜਾਂਦੇ ਸਨ। ਘਰ ਤੋਂ ਬਾਹਰ ਨਿਕਲਣਾ ਮੁਹਾਲ ਹੋ ਜਾਂਦਾ ਸੀ। ਹੱਥ ਪੈਰ ਗੰਦਗੀ ਨਾਲ ਭਰ ਜਾਂਦੇ ਸਨ। ਪੈਰਾਂ 'ਚ ਭੌਰੀਆਂ ਨਿਕਲ ਆਉਂਦੀਆਂ ਸਨ। ਇਨ੍ਹਾਂ ਭੌਰੀਆਂ 'ਚ ਜਦੋਂ ਇੱਕ ਵਾਰ ਜਲਣ ਸ਼ੁਰੂ ਹੋ ਜਾਂਦੀ ਸੀ ਤਾਂ ਮੁੜ ਕੇ ਹਟਣ ਦਾ ਨਾਮ ਹੀ ਨਹੀਂ ਲੈਂਦੀ ਸੀ। ਬਸਤੀ 'ਚ ਇੱਕ ਖੂਹ ਵੀ ਸੀ। ਚੰਦਾ ਇਕੱਠਾ ਕਰਕੇ ਖੂਹ ਨੂੰ ਪੱਕਾ ਬਣਾ ਦਿੱਤਾ ਗਿਆ ਸੀ। ਕਈ ਮਹੀਨੇ ਰਸਤੇ ਚਿੱਕੜ ਅਤੇ ਪਾਣੀ ਭਰਿਆ ਰਹਿੰਦਾ ਸੀ। ਪਾਣੀ 'ਚੋਂ ਨਿਕਲ ਕੇ ਸਕੂਲ ਜਾਣਾ ਪੈਂਦਾ ਸੀ। ਸਾਡੀ ਬਸਤੀ ਦੇ ਆਲੇ ਦੁਆਲੇ ਛੱਪੜ ਬਹੁਤ ਸਨ, ਜਿਨ੍ਹਾਂ ਦਾ ਪਾਣੀ ਗਲੀਆਂ 'ਚ ਭਰ ਜਾਂਦਾ ਸੀ। ਭਾਵੇਂ ਖੂਹ ਦਾ ਥੜਾ ਕਾਫੀ ਉੱਚਾ ਸੀ, ਪਰ ਫਿਰ ਵੀ ਬਰਸਾਤ ਦੇ ਦਿਨ ਹੀ ਖੂਹ 'ਚ ਲੰਮੇ ਲੰਮੇ ਕੀੜੇ ਪੈਦਾ ਹੋ ਜਾਂਦੇ ਸਨ। ਉਸ ਕੀੜਿਆਂ ਵਾਲੇ ਪਾਣੀ ਨੂੰ ਪੀਣਾ ਸਾਡੀ ਇੱਕ ਮਜਬੂਰੀ ਸੀ। ਕਈ ਦਿਨ ਦੇ ਲਗਾਤਾਰ ਮੀਂਹ ਨੇ ਮਿੱਟੀ ਦੇ ਘਰਾਂ 'ਚ ਕਹਿ ਹਟਾ ਦਿੱਤਾ ਸੀ। ਸਾਡਾ ਘਰ ਥਾਂ ਥਾਂ ਤੋਂ ਚੋਣ ਲੱਗ ਪੈਂਦਾ ਸੀ। ਜਿੱਥੋਂ ਵੀ ਚੋਂਦਾ ਉੱਥੇ ਖਾਲੀ ਭਾਂਡਾ ਰੱਖ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਦੀਆਂ ਕਈ ਰਾਤਾਂ ਜਾ ਜਾ ਕੇ ਕੱਟਣੀਆਂ ਪੈਂਦੀਆਂ ਸਨ। ਹਰ ਵੇਲੇ ਇਹੀ ਡਰ ਰਹਿੰਦਾ ਸੀ ਕਿ ਕਿਤਿਓਂ ਕੋਈ ਕੰਧ ਹੁਣ ਗਈ ਕਿ ਗਈ। ਕਦੇ ਅਚਾਨਕ ਹੀ ਛੱਤ 'ਚ ਕੋਈ ਵੱਡਾ ਮੂਹਰਾ ਹੋ ਜਾਂਦਾ ਸੀ, ਜਿਸ ਨੂੰ ਬੰਦ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਸੀ। ਕੱਚੀ ਮਿੱਟੀ ਦੀਆਂ ਕੰਧਾਂ ਤੇ ਛੱਤ 'ਤੇ ਚੜ੍ਹਨਾ ਖਤਰੇ ਤੋਂ ਖਾਲੀ ਨਹੀਂ ਹੁੰਦਾ ਸੀ। ਇਸੇ ਤਰ੍ਹਾਂ ਦੀ ਹੀ ਇੱਕ ਮੋਹਲੇਧਾਰ ਬਾਰਿਸ਼ ਦੀ ਰਾਤ ਨੂੰ ਸਾਡੇ ਘਰ ਦੀ ਛੱਤ 'ਚ ਇੱਕ ਮੰਗੂਰਾ ਹੋ ਗਿਆ ਸੀ। ਛੱਤ 'ਤੇ ਚੜ੍ਹਨ ਦਾ ਕੰਮ ਮੈਨੂੰ ਹੀ ਦਿੱਤਾ ਗਿਆ ਸੀ, ਕਿਉਂਕਿ ਸਾਰੇ ਟੱਬਰ 'ਚੋਂ ਮੇਰਾ ਹੀ ਭਾਰ ਘੱਟ ਸੀ। ਤੇਜ਼ ਮੀਂਹ ਹਨੇਰੀ ਰਾਤ 'ਚ ਮੈਨੂੰ ਵੀ ਕੁਝ ਨਹੀਂ ਸੁੱਝ ਰਿਹਾ ਸੀ। ਪਿਤਾ ਜੀ ਦੇ ਮੋਢੇ 'ਤੇ ਪੈਰ ਰੱਖ ਕੇ ਮੈਂ ਛੱਤ 'ਤੇ ਚੜ੍ਹ ਗਿਆ ਸਾਂ। ਪਿਤਾ ਜੀ ਥੱਲੇ ਖੜੇ ਮੈਨੂੰ ਹਦਾਇਤ ਦੇ ਰਹੇ ਸਨ, ਸੰਭਾਲ ਕੇ ਮੁਨਸ਼ੀ ਜੀ, ਪੈਰ ਜਮਾ ਕੇ ਛੱਤ 'ਤੇ ਜਾਣਾ, ਕੰਧ ਵਾਲੇ ਪਾਸੇ ਹੀ ਰਹਿਣਾ। ਮੇਰੇ ਹੱਥ 'ਚ ਇੱਕ ਮਿੱਟੀ ਦਾ ਢੇਲਾ ਸੀ, ਦੂਜੇ ਹੱਥ ਨਾਲ ਮੈਂ ਮੰਗੂਰਾ ਲੱਭ ਰਿਹਾ ਸਾਂ। ਪਿਤਾ ਜੀ ਲਗਾਤਾਰ ਬੋਲ ਰਹੇ ਸਨ, ਮੁਨਸ਼ੀ ਜੀ ਮਿਲਿਆ ਮੰਗੂਰਾ। ਆਖਰ ਮੰਗੂਰਾ ਲੱਭਣ 'ਚ ਮੈਂ ਸਫਲ ਹੋ ਗਿਆ ਸਾਂ। ਢੇਲਾ ਰੱਖ ਕੇ ਮੈਂ ਉਸਨੂੰ ਬੰਦ ਕਰ ਦਿੱਤਾ ਸੀ। ਮੰਗੂਰਾ ਬੰਦ ਕਰਕੇ ਮੈਨੂੰ ਵਾਪਸ ਪਰਤਣਾ ਮੁਸ਼ਕਲ ਜਿਹਾ ਹੋ ਗਿਆ ਸੀ। ਤੇਜ਼ ਮੀਂਹ 'ਚ ਮੇਰੀਆਂ ਅੱਖਾਂ ਨਹੀਂ ਖੁੱਲ੍ਹ ਰਹੀਆਂ ਸਨ। ਪਿਤਾ ਜੀ ਦੀ ਆਵਾਜ਼ ਦਾ ਅੰਦਾਜ਼ਾ ਲਾ ਕੇ ਮੈਂ ਹੌਲੀ ਹੌਲੀ ਪਰਤ ਰਿਹਾ ਸਾਂ ਕਿ ਅਚਾਨਕ ਮੇਰਾ ਪੈਰ ਤਿਲਕ ਗਿਆ। ਕੁਝ ਪਲ ਤਾਂ ਮੈਨੂੰ ਲੱਗਿਆ ਜਿਵੇਂ ਮੈਂ ਹਵਾ ਵਿੱਚ ਹੋਵਾਂ। ਪਰ ਉਸ ਹਨੇਰੀ ਰਾਤ 'ਚ ਵੀ ਪਿਤਾ ਜੀ ਦੀਆਂ ਤਜਰਬੇਕਾਰ ਅੱਖਾਂ ਨੇ ਮੈਨੂੰ ਵੇਖ ਲਿਆ ਸੀ ਅਤੇ ਮੈਨੂੰ ਮਜ਼ਬੂਤੀ ਨਾਲ ਸੰਭਾਲ ਲਿਆ ਸੀ। ਮੇਰੀ ਚੀਕ ਸੁਣ ਕੇ ਮਾਂ ਵੀ ਬਾਹਰ ਆ ਗਈ ਸੀ, ਪਰ ਮੈਨੂੰ ਸੁਰੱਖਿਆ ਦੇ ਕੇ ਚੈਨ ਦਾ ਸਾਹ ਲਿਆ ਸੀ। ਮੈਂ ਠੰਡ ਨਾਲ ਕੰਬ ਰਿਹਾ ਸਾਂ। ਮੈਨੂੰ ਕੱਪੜਿਆਂ ਨਾਲ ਪੂੰਝ ਕੇ ਚੁੱਲ੍ਹੇ ਕੋਲ ਬਿਠਾ ਦਿੱਤਾ ਗਿਆ ਸੀ। ਉਸ ਰਾਤ ਸਾਡੀ ਬੈਠਕ ਦਾ ਇੱਕ ਹਿੱਸਾ ਡਿੱਗ ਪਿਆ ਸੀ। ਮਾਂ ਤੇ ਪਿਤਾ ਜੀ ਇੱਕ ਪਲ ਵੀ ਨਹੀਂ ਸੁੱਤੇ ਸਨ। ਬਸਤੀ 'ਚ ਕਈ ਮਕਾਨ ਡਿੱਗ ਪਏ ਸਨ। ਲੋਕਾਂ ਦੀਆਂ ਚੀਕਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਪਿਤਾ ਜੀ ਨੇ ਬਾਹਰ ਨਿਕਲ ਕੇ ਉੱਚੀ ਆਵਾਜ਼ 'ਚ ਪੁੱਛਿਆ ਸੀ, ਮਾਮੂ ਸਭ ਠੀਕ ਤਾਂ ਹੈ? ਉਧਰੋਂ ਮਾਮੂ ਦੀ ਆਵਾਜ਼ ਵੀ ਓਨੀ ਹੀ ਉੱਚੀ ਆਈ ਸੀ, ਹਾਂ ਸਭ ਠੀਕ ਹੈ, ਪਿਛਲੀ ਕੋਠੜੀ ਡਿੱਗ ਪਈ ਹੈ। ਸਵੇਰ ਹੁੰਦਿਆਂ ਹੀ ਬਸਤੀ 'ਚ ਦੌੜ ਭੱਜ ਪੈ ਗਈ ਸੀ। ਹਰ ਕੋਈ ਸੁਰੱਖਿਅਤ ਜਗ੍ਹਾ ਦੀ ਸੰਭਾਲ ਵਿੱਚ ਤੁਰ ਪਿਆ ਸੀ। ਰਹਿੰਦੇ ਖੂੰਹਦੇ ਮਕਾਨ ਕਿਸੇ ਵੇਲੇ ਵੀ ਡਿੱਗ ਸਕਦੇ ਸਨ। ਪਿਤਾ ਜੀ ਸਵੇਰੇ ਹੁੰਦਿਆਂ ਹੀ ਤਿਆਗੀਆਂ ਵੱਲ ਚਲੇ ਗਏ ਸਨ। ਉਹ ਜਲਦੀ ਹੀ ਮੁੜ ਆਏ ਸਨ। ਆਉਂਦੇ ਹੀ ਬੋਲੇ, ਜਲਦੀ ਕਰੋ, ਮਾਮਰਾਜ ਦੀ ਬੈਠਕ ਖੁਲਵਾ ਦਿੱਤੀ ਹੈ। ਮਾਂ ਨੇ ਛੇਤੀ ਛੇਤੀ ਸਾਰੀਆਂ ਚੀਜ਼ਾਂ ਸੰਭਾਲ ਲਈਆਂ ਸਨ ਅਤੇ ਅਸੀਂ ਸਾਰੇ ਜਣੇ ਘਰ ਦਾ ਸਮਾਨ ਸਿਰ ਤੇ ਰੱਖੀ ਮੀਂਹ 'ਚ ਭਿੱਜਦੇ ਮਾਮਰਾਜ ਤਿਆਗੀ ਦੀ ਬੈਠਕ 'ਚ ਆ ਗਏ ਸਾਂ। ਵੇਖਦਿਆਂ ਵੇਖਦਿਆਂ ਹੀ ਪੂਰੀ ਦੀ ਪੂਰੀ ਬੈਠਕ ਭਰ ਗਈ ਸੀ। ਚੌ ਪਾਸੇ ਸਮਾਨ ਹੀ ਸਮਾਨ ਸੀ। ਖਾਣ ਪੀਣ ਦੇ ਭਾਂਡਾਂ ਤੋਂ ਇਲਾਵਾ ਕੁਝ ਜ਼ਰੂਰੀ ਵਰਤੋਂ ਦੀਆਂ ਚੀਜ਼ਾਂ ਸਨ। ਮਾਮਰਾਜ ਦੀ ਇਹ ਬੈਠਕ ਕਈ ਸਾਲਾਂ ਤੋਂ ਬੰਦ ਪਈ ਸੀ। ਇਸ ਦੀ ਕੋਈ ਵਰਤੋਂ ਨਹੀਂ ਹੁੰਦੀ ਸੀ। ਕੰਧਾਂ ਦਾ ਪਲਾਸਟਰ ਵੀ ਉਖੜ ਗਿਆ ਸੀ, ਫਿਰ ਵੀ ਇਹ ਜਗ੍ਹਾ ਸੁਰੱਖਿਅਤ ਸੀ। ਮਾਮਰਾਜ ਤਿਆਗੀ ਦੀ ਬੈਠਕ 'ਚ ਅਜੇ ਸਮਾਨ ਰੱਖਿਆ ਵੀ ਨਹੀਂ ਸੀ ਕਿ ਅਤੇ ਪਿੱਛੇ ਪਿੱਛੇ 30-40 ਆਦਮੀ ਹੋਰ ਆ ਗਏ। ਬਾਕੀ ਲੋਕ ਕਿਤੇ ਹੋਰ ਚਲੇ ਗਏ ਸਨ। ਕਿੰਨੇ ਲੋਕ ਇੱਕ ਹੀ ਬੈਠਕ 'ਚ ਸਮਾ ਗਏ ਸਨ। ਸਭ ਤੋਂ ਵੱਡੀ ਸਮੱਸਿਆ ਸੀ ਅੱਗ ਬਾਲਣ ਦੀ। ਕਿਸੇ ਕੋਲ ਵੀ ਬਾਲਣ ਨਹੀਂ ਸੀ। ਜਿਹੜਾ ਵੀ ਸੀ ਉਹ ਵੀ ਭਿੱਜ ਚੁੱਕਿਆ ਸੀ। ਤਿਆਗੀਆਂ ਦੇ ਘਰਾਂ 'ਚੋਂ ਪਾਥੀਆਂ ਮੰਗ ਕੇ ਚੁੱਲ੍ਹੇ ਮੰਗਾਏ ਗਏ ਸਨ। ਬੈਠਕ 'ਚ 8-10 ਚੁੱਲ੍ਹੇ ਬਣ ਗਏ ਸਨ। ਚੁੱਲ੍ਹੇ ਕੀ, ਬਸ 3-4 ਇੱਟਾਂ ਜੋੜ ਕੇ ਚੁੱਲ੍ਹਾ ਬਣਾ ਲਿਆ ਗਿਆ ਸੀ। ਜਿਸ ਕਿਸੇ ਨੂੰ ਇੱਟਾਂ ਨਹੀਂ ਮਿਲੀਆਂ, ਉਹਨਾਂ ਨੇ ਪੱਥਰ ਜੋੜ ਕੇ ਹੀ ਚੁੱਲ੍ਹੇ ਬਣਾ ਲਏ ਸਨ। ਚੁੱਲ੍ਹਿਆਂ 'ਚੋਂ ਉੱਠਦੇ ਧੂਏ ਨੇ ਬੈਠਕ ਦਾ ਨਕਸ਼ਾ ਹੀ ਬਦਲ ਦਿੱਤਾ ਸੀ। ਉਸ ਧੂਏ 'ਚ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਸੀ। ਮਰਦਾਂ ਦੀ ਜੁੰਡਲੀ ਬੈਠ ਕੇ ਬਰਾਂਡੇ 'ਚ ਹੁੱਕੇ ਗੁੜਗੁੜਾ ਰਹੀ ਸੀ। ਔਰਤਾਂ ਚੁੱਲ੍ਹਿਆਂ ਨਾਲ ਮੱਥਾ ਮਾਰ ਰਹੀਆਂ ਸਨ। ਬੱਚਿਆਂ ਦਾ ਰੌਲਾ ਰੱਪਾ ਇੰਨਾ ਕਿ ਕਿਸੇ ਦੀ ਵੀ ਕੰਨ ਪਈ ਨਹੀਂ ਸੁਣ ਰਹੀ ਸੀ।
ਤਰਕਾਲਾਂ ਹੁੰਦਿਆਂ ਹੀ ਬੈਠਕ 'ਚ ਹਨੇਰਾ ਹੋ ਗਿਆ ਸੀ। ਕਿਸੇ ਕੋਲ ਵੀ ਕੋਈ ਦੀਵਾ ਨਹੀਂ ਸੀ, ਨਾ ਹੀ ਕਿਸੇ ਕੋਲ ਮਿੱਟੀ ਦਾ ਦੀਵਾ ਜਾਂ ਲਾਲਟੈਨ। ਚੁੱਲ੍ਹਿਆਂ 'ਚ ਬਲਦੀਆਂ ਪਾਥੀਆਂ ਦੀ ਅੱਗ ਹਨੇਰੇ ਨਾਲ ਲੜਨ ਦੀ ਅਸਫਲ ਕੋਸ਼ਿਸ਼ ਕਰ ਰਹੀ ਸੀ। ਅਜਿਹੇ ਮਾਹੌਲ 'ਚ ਆਪਸੀ ਖੁੰਦਕਬਾਜ਼ੀ ਭੁੱਲ ਕੇ ਬਸਤੀ ਦੇ ਲੋਕ ਇੱਕ ਹੀ ਛੱਤ ਥੱਲੇ ਬੈਠ ਗਏ ਸਨ। ਜਿਸ ਕੋਲ ਜੋ ਵੀ ਸੀ ਉਸ ਨੂੰ ਵੰਡ ਕੇ ਖਾਣਾ ਚਾਹੁੰਦੇ ਸਨ। ਉਸ ਰਾਤ ਮਾਂ ਨੇ ਲੂਣ ਪਾ ਕੇ ਛੋਲੇ ਉਬਾਲੇ ਸਨ। ਇਹੀ ਸੀ ਸਾਡਾ ਰਾਤ ਦਾ ਭੋਜਨ। ਉਸ ਰਾਤ ਜੋ ਛੋਲਿਆਂ ਦਾ ਸਵਾਦ ਸੀ, ਜੋ ਸੰਤੁਸ਼ਟੀ ਸੀ, ਉਸ ਤਰ੍ਹਾਂ ਦੀ ਸੰਤੁਸ਼ਟੀ ਮੈਨੂੰ 5 ਤਾਰਾ ਹੋਟਲ 'ਚ ਭੋਜਨ ਖਾਣ ਨਾਲ ਵੀ ਨਹੀਂ ਹੋਈ। ਉਸ ਰਾਤ ਕਿਸੇ ਦੇ ਚੁੱਲ੍ਹੇ 'ਤੇ ਕੋਈ ਸਬਜ਼ੀ ਜਾਂ ਦਾਲ ਨਹੀਂ ਬਣੀ ਸੀ। ਰੋਟੀ, ਪਿਆਜ਼ ਅਤੇ ਨਮਕ, ਇਸ ਤੋਂ ਵੱਧ ਹੋਰ ਕਿਸੇ ਕੋਲ ਹੋਰ ਕੁਝ ਨਹੀਂ ਸੀ। ਅਗਲੇ ਦਿਨ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਕੋਈ ਚੁੱਲ੍ਹਾ ਨਹੀਂ ਬਲਿਆ ਸੀ। ਬਰਸਾਤ ਨੇ ਫਾਕਿਆਂ ਦੀ ਨੌਬਤ ਪੈਦਾ ਕਰਤੀ ਸੀ। ਜ਼ਿੰਦਗੀ ਨੂੰ ਜਿਵੇਂ ਅਧਰੰਗ ਹੋ ਗਿਆ ਸੀ। ਲੋਕ ਪਿੰਡਾਂ 'ਚ ਘੁੰਮ ਰਹੇ ਸਨ। ਜਿੱਥੋਂ ਕੋਈ ਚੌਲ ਕਣਕ ਮਿਲ ਜਾਵੇ ਤਾਂ ਚੁੱਲ੍ਹਾ ਬਲੇ। ਅਜਿਹੇ ਦਿਨਾਂ 'ਚ ਉਧਾਰ ਵੀ ਨਹੀਂ ਮਿਲਦਾ। ਪਿਤਾ ਜੀ ਵੀ ਖਾਲੀ ਹੱਥ ਵਾਪਸ ਆ ਗਏ ਸਨ। ਉਹਨਾਂ ਦੇ ਚਿਹਰੇ 'ਤੇ ਬੇਬਸੀ ਸੀ। ਸਗਵਾਂ ਪ੍ਰਧਾਨ ਨੇ ਅਨਾਜ ਦੇਣ ਦੀ ਸ਼ਰਤ ਰੱਖ ਦਿੱਤੀ ਸੀ। ਆਪਣੇ ਕਿਸੇ ਮੁੰਡੇ ਨੂੰ ਸਾਲ ਭਰ ਲਈ ਨੌਕਰ ਰਖਵਾ ਦੇ, ਬਦਲੇ ਜਿੰਨਾ ਚਾਹੋ ਅਨਾਜ ਲੈ ਜਾਓ। ਪਿਤਾ ਜੀ ਚੁੱਪਚਾਪ ਵਾਪਸ ਆ ਗਏ ਸਨ, ਪਰ ਮਾਂ ਨੂੰ ਮਾਮਰਾ ਤਿਆਗੀ ਦੇ ਘਰ 'ਚੋਂ ਕੁਝ ਸ਼ੇਰ ਚੌਲ ਮਿਲ ਗਏ ਸਨ, ਜਿਸ ਨਾਲ ਥੋੜ੍ਹੀ ਜਿਹੀ ਰਾਹਤ ਮਹਿਸੂਸ ਕੀਤੀ ਗਈ ਸੀ। ਕਈ ਦਿਨਾਂ ਬਾਅਦ ਢਿੱਡ ਭਰ ਕੇ ਖਾਣਾ ਖਾਣ ਦਾ ਵਸੀਲਾ ਬਣਿਆ ਸੀ। ਮਾਂ ਨੇ ਚੌਲ ਉਬਾਲਣ ਲਈ ਚੁੱਲ੍ਹੇ 'ਤੇ ਇੱਕ ਵੱਡਾ ਸਾਰਾ ਭਾਂਡਾ ਰੱਖ ਦਿੱਤਾ ਸੀ। ਉਸ 'ਚ ਚੌਲ ਤਾਂ ਘੱਟ ਸਨ, ਪਰ ਪਾਣੀ ਉੱਪਰ ਤੱਕ ਭਰਤਾ ਸੀ। ਚੌਲ ਉਬਾਲਣ ਦੀ ਮਹਿਕ ਸਾਰੀ ਬੈਠਕ 'ਚ ਫੈਲ ਗਈ ਸੀ। ਛੋਟੇ ਛੋਟੇ ਬੱਚੇ ਲਲਚਾਈਆਂ ਅੱਖਾਂ ਨਾਲ ਚੁੱਲ੍ਹੇ ਵੱਲ ਵੇਖ ਰਹੇ ਸਨ। ਚੌਲ ਉਬਾਲਣ ਤੋਂ ਬਾਅਦ ਪਾਣੀ ਵਕ ਕਰ ਲਿਆ ਗਿਆ ਸੀ। ਉਸ ਪਾਣੀ ਦੇ 2 ਹਿੱਸੇ ਕਰ ਲਏ ਸੀ ਮਾਂ ਨੇ। ਇੱਕ ਹਿੱਸੇ ਨੂੰ ਤੜਕਾ ਲਾ ਕੇ ਦਾਲ ਬਣਾ ਲਈ ਗਈ ਸੀ ਤੇ ਦੂਜੇ ਹਿੱਸੇ ਨੂੰ ਸਾਰਿਆਂ ਨੂੰ ਇੱਕ ਇੱਕ ਕੌਲੀ ਦੇਣ ਲਈ ਵੱਖਰਾ ਕਰਤਾ ਗਿਆ ਸੀ। ਇਸ ਉਬਲੇ ਹੋਏ ਚੌਲਾਂ ਦੇ ਪਾਣੀ ਨੂੰ ਮਾਂਡ ਕਹਿੰਦੇ ਸਨ। ਇਹ ਮਾਂਡ ਸਾਡੇ ਸਭ ਲਈ ਕਿਸੇ ਦੁੱਧ ਤੋਂ ਘੱਟ ਨਹੀਂ ਸੀ। ਜਦੋਂ ਵੀ ਚੌਲ ਬਣਦੇ ਸਨ, ਸਭ ਖੁਸ਼ ਹੋ ਜਾਂਦੇ ਸਨ। ਗਰਮ ਗਰਮ ਮਾਂਡ ਪੀ ਕੇ ਸਰੀਰ 'ਚ ਫੁਰਤੀ ਆ ਜਾਂਦੀ ਸੀ। ਬਸਤੀ ਦੇ ਕੋਲ ਜੁਲਾਹਿਆਂ ਦੇ ਘਰ ਸਨ। ਵਿਆਹ ਸ਼ਾਦੀਆਂ ਦੇ ਮੌਕੇ 'ਤੇ ਜਦੋਂ ਉਹਨਾਂ ਦੇ ਘਰ ਚੌਲ ਬਣਦੇ ਸਨ ਤਾਂ ਸਾਡੀ ਬਸਤੀ ਦੇ ਬੱਚੇ ਭਾਂਡੇ ਲੈ ਕੇ ਪਿੱਛ ਲੈਣ ਵਾਸਤੇ ਦੌੜ ਜਾਂਦੇ ਸਨ। ਡੋਲੇ ਜਾਣ ਵਾਲਾ ਚੌਲਾਂ ਦਾ ਪਾਣੀ ਸਾਡੇ ਲਈ ਗਾਂ ਦੇ ਦੁੱਧ ਨਾਲੋਂ ਵੀ ਕੀਮਤੀ ਸੀ। ਕਈ ਵਾਰ ਜੁਲਾਹੇ ਮਾੜਾ ਚੰਗਾ ਕਹਿ ਕੇ ਭਜਾਉਣ ਦੀ ਕੋਸ਼ਿਸ਼ ਕਰਦੇ ਸਨ, ਪਰ ਬੱਚੇ ਬੇਸ਼ਰਮ ਹੋ ਕੇ ਉੱਥੇ ਹੀ ਖੜੇ ਰਹਿੰਦੇ ਸਨ। ਪਿੱਛ ਪੀਣ ਦਾ ਲਾਲਚ ਉਹਨਾਂ ਨੂੰ ਇਸ ਫਿਟਕਾਰ ਨਾਲੋਂ ਵੀ ਜ਼ਿਆਦਾ ਪਿਆਰਾ ਸੀ। ਪਿੱਛ 'ਚ ਲੂਣ ਪਾ ਕੇ ਪੀਣ ਨਾਲ ਬਹੁਤ ਸਵਾਦ ਆਉਂਦਾ ਸੀ। ਪਿੱਛ ਪੀਣ ਦੀ ਇਹ ਆਦਤ ਕਿਸੇ ਸ਼ੌਂਕ ਜਾਂ ਫੈਸ਼ਨ ਦੀ ਦੇਣ ਨਹੀਂ ਸੀ। ਥੋੜ੍ਹਾਂ ਤੇ ਫਾਕਿਆਂ 'ਚੋਂ ਬਚਣ ਦੀ ਮਜਬੂਰੀ ਸੀ। ਰੂੜੀ 'ਤੇ ਸੁੱਟੀ ਜਾਣ ਵਾਲੀ ਚੀਜ਼ ਸਾਡੇ ਲਈ ਭੁੱਖ ਮਿਟਾਉਂਦੀ ਸੀ। ਇੱਕ ਵਾਰ ਮਾਸਟਰ ਸਾਹਿਬ ਦਰੋਣਾਚਾਰੀ ਦਾ ਪਾਠ ਪੜ੍ਹਾ ਰਹੇ ਸਨ। ਮਾਸਟਰ ਸਾਹਿਬ ਨੇ ਲਗਭਗ ਰੋਣ ਵਾਲਾ ਮੂੰਹ ਬਣਾ ਕੇ ਦੱਸਿਆ ਕਿ ਦਰੋਣਾਚਾਰੀਆਂ ਨੇ ਭੁੱਖ ਨਾਲ ਤੜਫਦੇ ਅਸ਼ਵਧਾਮਾਂ ਨੂੰ ਆਟੇ 'ਚ ਲੂਣ ਪਾਣੀ ਪਾ ਕੇ ਪਿਲਾਇਆ ਸੀ, ਦੁੱਧ ਦੀ ਜਗ੍ਹਾ 'ਤੇ। ਦਰੋਣਾਚਾਰੀਆ ਦੀ ਗਰੀਬੀ ਦਾ ਨਕਸ਼ਾ ਸੁਣ ਕੇ ਪੂਰੀ ਕਲਾਸ ਤਰਾਹ-ਤਰਾਹ ਕਰ ਉੱਠੀ ਸੀ। ਇਹ ਪ੍ਰਸੰਗ ਦਰੋਣਾਚਾਰੀ ਦੀ ਗਰੀਬੀ ਨੂੰ ਉਜਾਗਰ ਕਰਨ ਲਈ ਮਹਾਭਾਰਤ ਰਚਣਹਾਰੇ ਵਿਆਸ ਨੇ ਰਚਿਆ ਸੀ। ਮੈਂ ਖੜਾ ਹੋ ਕੇ ਮਾਸਟਰ ਸਾਹਿਬ ਕੋਲੋਂ ਇੱਕ ਪ੍ਰਸ਼ਨ ਪੁੱਛਣ ਦੀ ਹਿਮਾਕਤ ਕੀਤੀ ਸੀ। ਅਸ਼ਵਧਾਮਾਂ ਨੂੰ ਦੁੱਧ ਦੀ ਜਗ੍ਹਾ ਆਟੇ ਦਾ ਘੋਲ ਪਿਲਾਇਆ ਗਿਆ ਅਤੇ ਸਾਨੂੰ ਚੌਲਾਂ ਦੀ ਪਿੱਛ। ਫਿਰ ਕਿਸੇ ਵੀ ਮਹਾਕਾਵਿ 'ਚ ਸਾਡਾ ਜ਼ਿਕਰ ਕਿਉਂ ਨਹੀਂ ਆਇਆ? ਕਿਸੇ ਮਹਾਕਵੀ ਨੇ ਸਾਡੇ ਜੀਵਨ 'ਤੇ ਇੱਕ ਸ਼ਬਦ ਵੀ ਕਿਉਂ ਨਹੀਂ ਲਿਖਿਆ? ਪੂਰੀ ਕਲਾਸ ਮੇਰਾ ਮੂੰਹ ਤੱਕਣ ਲੱਗੀ ਸੀ, ਜਿਵੇਂ ਮੈਂ ਕੋਈ ਵਾਧੂ ਜਿਹਾ ਪ੍ਰਸ਼ਨ ਕਰ ਦਿੱਤਾ ਹੋਵੇ। ਮਾਸਟਰ ਸਾਹਿਬ ਚੀਕ ਉੱਠੇ ਸਨ। ਘੋਰ ਕਲਯੁਗ ਆ ਗਿਆ ਹੈ, ਜੋ ਕਿ ਇੱਕ ਅਛੂਤ ਸਵਾਲ ਜਵਾਬ ਕਰ ਰਿਹਾ ਹੈ। ਉਸ ਮਾਸਟਰ ਨੇ ਮੈਨੂੰ ਮੁਰਗਾ ਬਣਾ ਦਿੱਤਾ ਸੀ। ਪੜ੍ਹਾਉਣਾ ਛੱਡ ਕੇ ਉਹ ਵਾਰ-ਵਾਰ ਮੇਰੇ ਚੂੜੇ ਹੋਣ ਦਾ ਜ਼ਿਕਰ ਕਰ ਰਿਹਾ ਸੀ। ਉਸਨੇ ਟਾਹਲੀ ਦੀ ਇੱਕ ਲੰਮੀ ਸਾਰੀ ਛੰਗ ਕਿਸੇ ਲੜਕੇ ਨੂੰ ਲਿਆਉਣ ਲਈ ਕਿਹਾ ਸੀ। ਚੂੜਿਆ, ਤੂੰ ਦਰੋਣਾਚਾਰੀ ਦੀ ਬਰਾਬਰੀ ਕਰ ਰਿਹਾ ਹੈ? ਲੈ ਤੇਰੇ ਉੱਪਰ ਮੈਂ ਲਿਖਾਂ ਮਹਾਕਾਵ। ਉਸਨੇ ਮੇਰੀ ਪਿੱਠ 'ਤੇ ਸੋਟੀ ਨਾਲ ਮਹਾਕਾਵ ਲਿਖ ਦਿੱਤਾ ਸੀ। ਇਹ ਮਹਾਕਾਵ ਅੱਜ ਵੀ ਮੇਰੀ ਪਿੱਠ 'ਤੇ ਛਪਿਆ ਹੋਇਆ ਹੈ। ਭੁੱਖ ਤੇ ਵਿਚਾਰਗੀ ਨਾਲ ਭਰੇ ਇਹਨਾਂ ਪਲਾਂ 'ਚ ਰਜਵਾੜਾ ਸ਼ਾਹੀ ਦਾ ਇਹ ਮਹਾਕਾਵ ਮੇਰੀ ਪਿੱਠ 'ਤੇ ਨਹੀਂ, ਮੇਰੇ ਦਿਮਾਗ ਦੇ ਰੇਸ਼ੇ-ਰੇਸ਼ੇ 'ਤੇ ਅੰਕਿਤ ਪਿਆ ਹੈ। ਅਸ਼ਵਧਾਮਾਂ ਪ੍ਰਤੀ ਬਦਲੇ ਦੀ ਭਾਵਨਾ ਮੈਂ ਕਈ ਵਾਰ ਆਪਣੇ ਅੰਦਰ ਮਹਿਸੂਸ ਕੀਤੀ ਹੈ, ਜੋ ਮੇਰੀ ਬੇਚੈਨੀ ਨੂੰ ਹੋਰ ਵਧਾ ਦਿੰਦੀ ਹੈ। ਮੈਂ ਸਾਲਾਂ ਬੱਧੀ ਚੌਲਾਂ ਦੀ ਪਿੱਛ ਪੀ ਕੇ ਆਪਣੇ ਜੀਵਨ ਦੇ ਹਨੇਰੇ ਤਹਿਖਾਨਿਆਂ 'ਚੋਂ ਬਾਹਰ ਆਉਣ ਦਾ ਸੰਘਰਸ਼ ਕੀਤਾ ਹੈ। ਪਿੱਛ ਪੀ ਕੇ ਸਾਡੇ ਢਿੱਡ ਫੁੱਲ ਜਾਂਦੇ ਸਨ, ਭੁੱਖ ਮਰ ਜਾਂਦੀ ਸੀ। ਇਹੀ ਸਾਡੇ ਲਈ ਗਾਂ ਦਾ ਦੁੱਧ ਸੀ, ਇਹੀ ਸਵਾਦੀ ਭੋਜਨ ਸੀ। ਅਸੀਂ ਇਸ ਨੂੰ ਜਿਉਂਦੇ ਜੀ ਭੋਗਿਆ ਸੀ। ਦਲਿਤ ਜੀਵਨ ਦੀ ਇਹ ਕੰਬਾ ਦੇਣ ਵਾਲੀ ਹਾਲਤ ਹਿੰਦੀ ਦੇ ਮਹਾਕਵੀਆਂ ਨੂੰ ਕਦੇ ਛੋਹ ਕੇ ਨਹੀਂ ਲੰਘੀ। ਕਿੰਨੀ ਭਿਆਨਕ ਸੱਚਾਈ ਹੈ ਇਹ। ਉਸ ਸਾਲ ਬਸਤੀ ਦੇ ਬਹੁਤ ਮਕਾਨ ਡਿੱਗ ਪਏ ਸਨ, ਜਿਨ੍ਹਾਂ ਨੂੰ ਖੜੇ ਕਰਨ ਲਈ ਕਈ ਮਹੀਨੇ ਲੱਗ ਗਏ ਸਨ। ਕੋਈ ਗ੍ਰਾਂਟ, ਕੋਈ ਸਹਾਇਤਾ ਕਦੇ ਬਸਤੀ ਤੱਕ ਨਹੀਂ ਆਈ ਸੀ। ਬਸ ਆਪਣੇ ਹੱਥਾਂ ਦੀ ਤਾਕਤ ਤੇ ਭਰੋਸਾ ਸੀ ਸਭ ਨੂੰ। ਟੁੱਟੇ ਫੁੱਟੇ ਮਕਾਨ ਫਿਰ ਖੜੇ ਹੋ ਜਾਂਦੇ ਸਨ। ਹਰ ਸਾਲ ਇਹੀ ਕਹਾਣੀ ਦੁਹਰਾ ਲਈ ਜਾਂਦੀ ਸੀ। ਬਰਸਾਤ ਦੇ ਥਪੇੜੇ ਰਹਿ ਰਹੇ
ਮਕਾਨਾਂ ਨੂੰ ਖਸਤਾ ਹਾਲ 'ਚ ਪਹੁੰਚਾ ਦਿੰਦੇ ਸਨ ਤੇ ਟੁੱਟੇ ਫੁੱਟੇ ਮਕਾਨ ਫਿਰ ਖੜੇ ਹੋ ਜਾਂਦੇ ਸਨ।